ਸਰ, ਮੈਂ ਕਿਸੇ ਨੂੰ ਰੋਟੀ ਨਹੀਂ ਫੜਾਉਣੀ। ਆਕੀ ਮੁਲਾਜ਼ਮਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਗੱਲ ਉਹਨਾਂ ਦੇ ਖਾਣੇ ਨਹੀਂ ਪਈ। ਉਸ ਰਾਤ ਬਿਲਕੁਲ ਨੀਂਦ ਨਾ ਆਈ। ਸਿਰ ਭਰਾ ਰਿਹਾ ਤੇ ਮੈਂ ਸਕੂਲੋਂ ਛੁੱਟੀ ਕਰ ਲਈ। ਪਰ ਮਨ ਦੀ ਬੇਚੈਨੀ ਦੂਰ ਨਾ ਹੋਈ। ਅਗਲੀ ਰਾਤ ਫਿਰ ਨੀਂਦ ਕਿਧਰੇ ਖੰਭ ਲਾ ਕੇ ਉੱਡ ਗਈ। ਮੇਰੇ ਜ਼ਿਹਨ ਵਿੱਚ ਸਿਰਫ ਇੱਕੋ ਗੱਲ ਵਾਰ-ਵਾਰ ਇੱਟ ਵਾਂਗ ਵੱਜੀ ਜਾਵੇ, ਸਰ, ਮੈਂ ਕਿਸੇ ਨੂੰ ਰੋਟੀ ਨਹੀਂ ਫੜਾਉਂਦੀ, ਭਾਵੇਂ ਕੋਈ ਵੀ ਹੋਵੇ। ਬਾਕੀ ਤੁਸੀਂ ਤਾਂ ਅਫਸਰ ਹੋ, ਕੁਝ ਵੀ ਕਰਵਾ ਸਕਦੇ ਹੋ, ਪਰ ਇਹ ਰੋਟੀ ਵਾਲਾ ਕੰਮ ਸਾਥੋਂ ਨਹੀਂ ਪੈਣਾ। ਬਸ ਹੋਇਆ ਇੰਜ ਕਿ ਮੇਰਾ ਇੱਕ ਵਾਕਿਫ ਅਧਿਆਪਕ ਮੇਰੇ ਸਕੂਲ ਆਇਆ ਤੇ ਮੈਂ ਪਾਣੀ ਪਿਆਉਣ ਤੋਂ ਬਾਅਦ ਚਾਹ ਪੁੱਛੀ ਤਾਂ ਕਹਿੰਦਾ, ਸਰ, ਚਾਹ ਨਹੀਂ, ਮੈਂ ਰੋਟੀ ਖਾਊਂਗਾ। ਮੈਂ ਕਾਲ ਬੈਲ ਵਜਾਈ ਤਾਂ ਮੇਰੇ ਦੋਵੇਂ ਕਰਮਚਾਰੀਆਂ ਚੋਂ ਦਫ਼ਤਰ ਕੋਈ ਨਾ ਆਇਆ। ਘੰਟੀ ਫਿਰ ਵਜਾਈ ਤਾਂ ਕੋਈ ਉੱਤਰ ਨਹੀਂ ਆਇਆ। ਏਦਾਂ ਹੀ ਇੱਕ ਦੋ ਵਾਰ ਹੋਰ ਕੀਤਾ ਪਰ ਕੋਈ ਨਾ ਆਇਆ। ਪਤਾ ਨਹੀਂ ਕਿੱਧਰ ਚਲੇ ਗਏ ਸਨ ਦੋਵੇਂ। ਉਹਨਾਂ ਨੂੰ ਫੋਨ ਕਰਨ ਤੋਂ ਬਾਅਦ ਇੱਕ ਕਰਮਚਾਰੀ ਆਇਆ ਤੇ ਮੈਂ ਮਹਿਮਾਨ ਨੂੰ ਰੋਟੀ ਖਵਾਉਣ ਦੀ ਬੇਨਤੀ ਕੀਤੀ। ਉਸਨੇ ਮੈਨੂੰ ਆਪਣੇ ਹਿਸਾਬ ਨਾਲ ਪਿਛਲੇ ਪਾਸੇ ਲਿਜਾ ਕੇ ਰੋਟੀ ਖਵਾਉਣ ਦਾ ਸੁਝਾਅ ਦਿੱਤਾ। ਪਰ ਪਤਾ ਨਹੀਂ ਕਿਉਂ ਮੈਨੂੰ ਉਸਦੀ ਆਵਾਜ਼ ਤੇ ਅੰਦਾਜ਼ ਬਦਲਿਆ ਲੱਗਿਆ। ਜਦੋਂ ਮਹਿਮਾਨ ਰੋਟੀ ਖਾ ਕੇ ਚਲਿਆ ਗਿਆ ਤਾਂ ਮੈਂ ਦੋਹਾਂ ਕਰਮਚਾਰੀਆਂ ਨੂੰ ਦਫ਼ਤਰ ਬੁਲਾ ਕੇ ਕਾਲ ਬੈਲ ਕਈ ਵਾਰ ਵਜਾਉਣ ਤੋਂ ਬਾਅਦ ਵੀ ਨਾ ਆਉਣ ਦਾ ਕਾਰਨ ਪੁੱਛਿਆ ਤਾਂ ਉਹਨਾਂ ਨੇ ਬੜੇ ਰੁੱਖੇ ਤੋਂ ਸਖਤੀ ਭਰੇ ਲਹਿਜ਼ੇ 'ਚ ਜਵਾਬ ਦਿੱਤਾ, ਸਰ, ਅਸੀਂ ਕਿਸੇ ਨੂੰ ਰੋਟੀ ਨਹੀਂ ਫੜਾਉਣੀ, ਹੋਰ ਸਾਨੂੰ ਜੋ ਮਰਜ਼ੀ ਕਹਿ ਦਿਓ, ਸਾਰੇ ਕੰਮ ਕਰਾਂਗੇ। ਤੁਸੀਂ ਸਾਡੇ ਅਫਸਰ ਹੋ। ਮੈਨੂੰ ਏਦਾਂ ਦੇ ਉੱਤਰ ਦੀ ਉਹਨਾਂ ਤੋਂ ਉੱਕਾ ਹੀ ਆਸ ਨਹੀਂ ਸੀ। ਮੈਂ ਉਹਨਾਂ ਨੂੰ ਕਈ ਮਿਸਾਲਾਂ ਦੇ ਕੇ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਇੱਕੋ ਲੱਤ ਤੇ ਖੜੇ ਰਹੇ ਤੇ ਉਹਨਾਂ ਨੇ ਮੇਰੇ ਕਿਸੇ ਵੀ ਤਰਕ ਨਾਲ ਸਹਿਮਤ ਹੋਣਾ ਜ਼ਰੂਰੀ ਨਾ ਸਮਝਿਆ। ਮੈਂ ਅੱਜ ਤੋਂ ਵੀ 22 ਸਾਲ ਪਿੱਛੇ ਅਤੀਤ ਵਿੱਚ ਚਲਿਆ ਜਾਂਦਾ ਹਾਂ। ਜਦੋਂ ਮੈਂ ਆਪਣੇ ਗੁਆਂਢੀ ਪਿੰਡ ਵੈਰੋਕੇ ਦੇ ਪ੍ਰਾਈਵੇਟ ਸਕੂਲ ਵਿੱਚ ਮਹਿਜ਼ 1300 ਰੁਪਏ ਤੇ ਨੌਕਰੀ ਕਰਦਾ ਸੀ। ਅਸੀਂ ਸਮਾਲਸਰ ਦੇ 3 ਪ੍ਰਾਈਵੇਟ ਅਧਿਆਪਕ ਸਾਂ। ਘੱਟ ਤਨਖਾਹ ਨਾਲ ਘਰ ਦਾ ਤਾਂ ਛੱਡੋ, ਮੇਰਾ ਇਕੱਲੇ ਦਾ ਵੀ ਗੁਜ਼ਾਰਾ ਨਹੀਂ ਸੀ ਚੱਲਦਾ। ਸੋ ਅਸੀਂ ਤਿੰਨਾਂ ਨੇ ਮਿਲ ਕੇ ਇੱਕ ਅਕੈਡਮੀ ਪਿੰਡ ਵਿੱਚ ਹੀ ਚੱਲਦੇ ਇੱਕ ਛੋਟੇ ਜਿਹੇ ਪ੍ਰਾਈਵੇਟ ਸਕੂਲ ਵਿੱਚ ਖੋਲ੍ਹ ਲਈ। ਇਸ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਬਹੁਤ ਸੀ। ਮੇਰੇ ਨਾਲ ਦੇ ਦੋਨੋਂ ਸਾਥੀ ਮੇਰੇ ਅਧਿਆਪਕ ਗੁਰੂ ਸਨ। ਯਾਨੀ ਉਹਨਾਂ ਨੇ ਹੀ ਮੈਨੂੰ ਅਧਿਆਪਨ ਵਰਗੇ ਪਵਿੱਤਰ ਨਾਲ ਜੋੜਿਆ ਸੀ ਤੇ ਮੈਂ ਉਹਨਾਂ ਦੀ ਕਿਸੇ ਵੀ ਗੱਲ ਤੋਂ ਮੁਨਕਰ ਨਹੀਂ ਸੀ। ਉਹਨਾਂ ਨੇ ਮੈਨੂੰ ਕੁੱਲ ਆਮਦਨ ਦਾ 15% ਦੇਣਾ ਤੈਅ ਕਰ ਲਿਆ। ਜੋ ਰਾਸ਼ੀ ਰਾਉਂਡ ਫਿਗਰ ਤੋਂ ਵੱਧ ਘੱਟ ਜਾਂਦੀ, ਉਹ ਵੀ ਮੈਨੂੰ ਦੇ ਦਿੰਦੇ, ਜਿਵੇਂ 100 ਰੁਪਏ ਤੋਂ ਘੱਟ, ਤੇ ਸ਼ਰਤ ਇਹ ਸੀ ਕਿ ਮੈਂ ਗੁਆਂਢੀ ਪਿੰਡ ਦੇ ਸਕੂਲੋਂ ਸਿੱਧਾ ਹੀ ਪਹਿਲਾਂ ਅਕੈਡਮੀ ਖੋਲਿਆ ਕਰਾਂਗਾ ਤੇ ਜੇ ਕੋਈ ਹੋਰ ਮਾੜਾ ਮੋਟਾ ਰਖਾ ਹੋਇਆ ਉਹ ਵੀ ਪੂਰਾ ਕਰਿਆ ਕਰਾਂਗਾ ਅਤੇ ਬੋਰਡ ਦੀਆਂ ਕਲਾਸਾਂ ਉਹ ਪੜ੍ਹਾਉਣਗੇ ਅਤੇ ਮੈਂ ਨਾਨ ਬੋਰਡ ਕਲਾਸਾਂ ਪੜ੍ਹਾਇਆ ਕਰਾਂਗਾ। ਕਿ ਅਸੀਂ ਤਿੰਨੇ ਸਾਈਕਲਾਂ ਤੇ ਦੂਜੇ ਪਿੰਡ ਪੜ੍ਹਾਉਣ ਜਾਂਦੇ, ਜਿਸ ਕਰਕੇ ਸਾਡਾ ਰਸਤੇ ਵਿੱਚ ਕਾਫੀ ਸਮਾਂ ਬਰਬਾਦ ਹੋ ਜਾਂਦਾ ਸੀ। ਸਾਡਾ ਅਕੈਡਮੀ ਦਾ ਕੰਮ ਚੰਗਾ ਚੱਲ ਪਿਆ ਸੀ। ਵਿਦਿਆਰਥੀਆਂ ਦੀ ਗਿਣਤੀ ਵੀ ਕਾਫੀ ਵਧਣ ਲੱਗ ਪਈ ਸੀ। ਆਥਣ ਵੇਲੇ ਮੈਂ ਸਕੂਲ ਤੋਂ ਬਾਅਦ ਅਕੈਡਮੀ ਸਭ ਤੋਂ ਪਹਿਲਾਂ ਆ ਜਾਂਦਾ ਤੇ ਵੇਖਦਾ ਕਿ ਸਕੂਲ ਦੇ ਕਰਮਚਾਰੀਆਂ ਦੁਆਰਾ ਅਕੈਡਮੀ ਸ਼ੀਸ਼ੇ ਵਾਂਗ ਚਮਕਾਈ ਹੁੰਦੀ। ਚਾਹ ਵਾਲੇ ਭਾਂਡੇ, ਮੇਜ਼, ਕੁਰਸੀਆਂ, ਬੈਂਚ ਤੇ ਕਲਾਸਾਂ ਸਾਫ਼ ਸੁਥਰੀਆਂ ਹੁੰਦੀਆਂ। ਮੈਂ ਛੋਟੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੰਦਾ ਤੇ ਮੇਰੇ ਗੁਰੂਦੇਵ ਕੁਝ ਸਮੇਂ ਬਾਅਦ ਆ ਕੇ ਵੱਡੇ ਵਿਦਿਆਰਥੀਆਂ ਨੂੰ ਪੜ੍ਹਾਉਣ ਲੱਗ ਜਾਂਦੇ। ਥੋੜਾ ਕੁ ਸਮਾਂ ਏਦਾਂ ਹੀ ਲੰਘ ਗਿਆ ਤਾਂ ਇੱਕ ਦਿਨ ਮੈਂ ਵੇਖਿਆ ਕਿ ਬੈਂਚ ਉਗੜ ਦਗੜ ਪਏ ਸਨ ਤੇ ਮੈਂ ਠੀਕ ਕਰਕੇ ਰੱਖ ਦਿੱਤੇ। ਇਸ ਤਰ੍ਹਾਂ ਹੌਲੀ-ਹੌਲੀ ਉਹਨਾਂ ਨੇ ਸਫਾਈ ਕਰਨੀ ਛੱਡ ਦਿੱਤੀ ਤੇ ਚਾਹ ਵਾਲੇ ਬਰਤਨ, ਕਾਗਜ਼, ਬੱਚਿਆਂ ਦਾ ਖਾਣਾ ਜੋ ਜਮਾਤਾਂ ਵਿੱਚ ਖਿਲਰਿਆ ਹੁੰਦਾ ਤੇ ਇੱਥੋਂ ਤੱਕ ਕਿ ਬਾਥਰੂਮਾਂ ਦੀ ਸਫਾਈ ਵੀ ਬੰਦ ਕਰ ਦਿੱਤੀ। ਮੈਂ ਆਪਣੇ ਸਾਥੀਆਂ ਨੂੰ ਬਿਨਾਂ ਦੱਸੇ ਆਊਟਸਾਰ ਪਹਿਲਾਂ ਸਕੂਲ ਦੇ ਖਿਲਾਰੇ ਹੋਏ ਬਰਤਨ ਇਕੱਠੇ ਕਰਦਾ, ਕਮਰਿਆਂ ਤੇ ਵਰਾਂਡੇ 'ਚੋਂ ਕਾਗਜ਼ ਚੁੱਕਦਾ, ਝਾੜੂ ਲਾਉਂਦਾ, ਬੈਂਚ ਸਾਫ਼ ਕਰਕੇ ਤਰਤੀਬ ਵਿੱਚ ਕਰਦਾ, ਬਰਤਨ ਸਾਫ਼ ਕਰਦਾ ਤੇ ਚਾਹ ਵੀ ਬਣਾਉਂਦਾ ਤੇ ਸਭ ਨੂੰ ਵਰਤਾ ਕੇ ਫਿਰ ਬਰਤਨ ਸਾਫ਼ ਕਰਦਾ। ਇਹ ਕੰਮ ਕਰਦਿਆਂ ਕਈ ਵਾਰ ਮੇਰੇ ਵਿਦਿਆਰਥੀ ਵੀ ਅਕੈਡਮੀ ਵਿੱਚ ਆ ਜਾਂਦੇ ਤੇ ਮੈਂ ਉਹਨਾਂ ਦੇ ਸਾਹਮਣੇ ਵੀ ਆਪਣਾ ਕੰਮ ਫਰਜ਼ ਸਮਝ ਕੇ ਕਰਦਾ ਰਹਿੰਦਾ। ਇੱਕ ਗੱਲ ਕਿ ਹੋਰ ਮੇਰੇ ਸਾਥੀ ਸਿਰਫ ਬੋਰਡ ਕਲਾਸਾਂ, ਜਿਵੇਂ 8ਵੀਂ, 10ਵੀਂ, 12ਵੀਂ ਤੋਂ BA ਆਦਿ ਨੂੰ ਪੜ੍ਹਾਉਂਦੇ, ਜਿਨ੍ਹਾਂ ਦੇ ਬੱਚੇ ਕਲਾਸ ਵਾਈਜ਼ ਇਕੱਠੇ ਹੁੰਦੇ ਤੇ ਮੇਰੇ ਕੋਲ ਨਰਸਰੀ ਤੋਂ ਲੈ ਕੇ ਸਾਰੀਆਂ ਨਾਨ ਬੋਰਡਸ ਕਲਾਸਾਂ ਹੁੰਦੀਆਂ, ਜਿਨ੍ਹਾਂ ਦੇ ਬੱਚੇ ਇਕੱਲੇ ਕੈਰੇ ਤੇ ਟੁੱਟਵੇਂ ਹੁੰਦੇ, ਜਿਸ ਕਰਕੇ ਉਹਨਾਂ ਹੋਮਵਰਕ ਵੀ ਇਕੱਲੇ ਨੂੰ ਟੁੱਟਵਾਨ ਹੀ ਦੇਣਾ ਪੈਂਦਾ ਸੀ। ਇਸ ਤਰ੍ਹਾਂ ਅਸੀਂ ਦੇਰ ਰਾਤ ਤੱਕ ਪੜ੍ਹਾਉਂਦੇ ਰਹਿੰਦੇ। ਮੈਨੂੰ ਵਿਦਿਆਰਥੀਆਂ ਕੋਲ ਜਾਂ ਸਾਹਮਣੇ ਕੰਮ ਕਰਦੇ ਨੂੰ ਵੀ ਕੋਈ ਖਾਸ ਦਿੱਕਤ ਨਾ ਆਉਂਦੀ ਤੇ ਨਾ ਹੀ ਸ਼ਰਮ ਮਹਿਸੂਸ ਹੁੰਦੀ ਕਿ ਜਿਹੜੇ ਬੱਚਿਆਂ ਨੂੰ ਮੈਂ ਕੰਮ ਕਰਨ ਤੋਂ ਬਾਅਦ ਪੜ੍ਹਾਉਣਾ ਹੈ, ਉਹ ਮੇਰੇ ਸਾਹਮਣੇ ਬੈਠੇ ਹਨ। ਦਰਅਸਲ
ਮੈਂ ਬਚਪਨ ਤੋਂ ਹੀ ਦਰਦੀਲੀ ਤੇ ਡੂੰਗੀ ਖਾਈ ਵਿੱਚ ਮੂੰਹ ਡਿੱਗੇ ਹੋਏ ਨੇ ਸੁਰਤ ਸੰਭਾਲੀ ਸੀ ਤੇ ਜਵਾਨੀ ਵਿੱਚ ਵੀ ਮੈਨੂੰ ਅੰਬਰਾਂ ਦਾ ਚੰਨ ਰੋਮਾਂਟਿਕ ਜਾਂ ਦਿਲਚਸਪ ਨਾ ਲੱਗਦਾ, ਸਗੋਂ ਕਵੀ ਅਵਤਾਰ ਪਾਸ਼ ਦੇ ਚੰਨ ਵਾਂਗ ਮਿਰਚਾਂ ਵਾਂਗ ਲੜਦਾ ਸੀ। ਲੋਕ ਕਵੀ ਸੰਤ ਰਾਮ ਉਦਾਸੀ ਦੇ ਮਗਦੇ ਸੂਰਜ ਨੂੰ ਮੈਂ ਆਪਣੀ ਜ਼ਿੰਦਗੀ ਦਾ ਹਨੇਰਾ ਹੁੰਜਣ ਦਾ ਜ਼ਰੀਆ ਬਣਾ ਲਿਆ ਸੀ। ਇਸੇ ਕਰਕੇ ਮੈਂ ਮਨ ਵਿੱਚ ਇਹ ਗੱਲ ਪੱਕੀ ਧਾਰ ਲਈ ਸੀ ਕਿ ਮੇਰਾ ਇਹ ਕੰਮ ਮੇਰੀ ਮੰਜ਼ਿਲ ਨਹੀਂ, ਸਿਰਫ ਰਸਤਾ ਹੈ। ਭਾਵੇਂ ਇਸ ਰਸਤੇ ਤੇ ਤੁਰਦਿਆਂ ਜਾਂ ਕੰਮ ਕਰਦਿਆਂ ਮੇਰੇ ਵਿਦਿਆਰਥੀ ਵੀ ਮੇਰੇ ਸਾਹਮਣੇ ਕਿਉਂ ਨਾ ਹੋਣ। ਇਹੋ ਜਿਹੇ ਹਾਲਾਤ ਦੇ ਡੂੰਘੇ ਸਮੁੰਦਰ ਵਿੱਚ ਰਿੜ ਕੇ ਜਾਂ ਠੋਕਰਾਂ ਖਾ ਕੇ ਮੈਂ ਬਚਪਨ ਤੋਂ ਹੀ ਰਸਤੇ ਅਤੇ ਮੰਜ਼ਿਲ ਸੰਬੰਧੀ ਆਪਣਾ ਦ੍ਰਿਸ਼ਟੀਕੋਣ ਵੱਡਾ ਬਣਾ ਲਿਆ ਸੀ। ਕਿਤਾਬਾਂ ਅਤੇ ਕਿਰਤ ਨਾਲ ਜੁੜ ਕੇ ਅਧਿਆਪਕ ਬਣਨ ਦਾ ਸੁਪਨਾ ਨੈਣਾਂ ਵਿੱਚ ਵਸਾ ਲਿਆ ਸੀ। ਭਾਵੇਂ ਸਖਤ ਮਿਹਨਤ ਅਤੇ ਲਗਾਤਾਰ ਕਿਰਤ ਕਰਕੇ ਮੈਂ ਆਪਣਾ ਮਨਪਸੰਦ ਸਥਾਨ ਪ੍ਰਾਪਤ ਕਰ ਲਿਆ ਹੈ, ਪਰ ਮੈਂ ਸੋਚਦਾ ਹਾਂ ਕਿ ਅੱਜ ਜ਼ਿਆਦਾਤਰ ਬੰਦੇ ਵੱਡਾ ਸਥਾਨ, ਅਹੁਦਾ ਤੇ ਪੈਸਾ ਤਾਂ ਚਾਹੁੰਦੇ ਹਨ, ਪਰ ਕਿਰਤ ਕਰਨ ਤੋਂ ਕੋਹਾਂ ਦੂਰ ਭੱਜਦੇ ਹਨ ਤੇ ਸ਼ਰਮ ਵੀ ਮਹਿਸੂਸ ਕਰਦੇ ਹਨ। ਫਿਰ ਸੁਪਨੇ ਕਿਵੇਂ ਪੂਰੇ ਹੋਣਗੇ?